Good morning, students. Very warm wishes to all of you. Today I am going to explain the concept of goods and services tax that is a GST concept. Okay, so GST ਇੱਕ ਤਰ੍ਹਾਂ ਦਾ ਬੇਟੇ ਟੈਕਸ ਹੁੰਦਾ ਆ ਜਿਹੜਾ ਕਿ ਅਸੀਂ ਆਪਣੀਆਂ ਉਸ ਸੇਲਸ ਨੂੰ ਜਦੋਂ ਸਪਲਾਈ ਕਰਦੇ ਹਾਂ ਉਹਦੇ ਉੱਪਰ ਲਗਾਇਆ ਜਾਂਦਾ ਹੈ। ਸੋ GST is a comprehensive indirect tax levied at the prescribed rate each time the supply is made of goods or services or both by a registered taxpayer। ਤੇ ਹਰ ਇੱਕ ਰਜਿਸਟਰਡ ਟੈਕਸਪੇਅਰ ਨੂੰ ਪੇ ਕਰਨਾ ਪੈਂਦਾ ਜਦੋਂ ਕਿ ਆਪਣੀ ਗੁੱਡਸ ਦੀ ਸਪਲਾਈ ਜਿਹੜੀ ਉਹ ਕਰਦੇ ਆ। ਹਾਊਐਵਰ GST is not levied on petroleum, alcohol for human consumption, import of goods or services and taxes levied by the local bodies। GST ਬੇਟੇ ਉੱਥੇ ਨਹੀਂ ਲੱਗਦੀ ਜਿਵੇਂ ਕਿ ਪੈਟਰੋਲੀਅਮ 'ਤੇ ਨਹੀਂ ਲੱਗਦੀ, ਅਲਕੋਹਲ 'ਤੇ ਨਹੀਂ ਲੱਗਦੀ ਜਿਹੜੀ ਕਿ ਹਿਊਮਨ ਦੇ ਦੁਆਰਾ ਕੰਜ਼ਿਊਮ ਕੀਤੀ ਜਾਂਦੀ ਆ। ਜਦੋਂ ਅਸੀਂ ਗੁਡਸ ਨੂੰ ਇੰਪੋਰਟ ਕਰਦੇ ਹਾਂ ਉਦੋਂ ਨਹੀਂ ਲੱਗਦੀ। ਓਕੇ, ਈਵਨ ਲੋਕਲ ਬਾਡੀਜ਼ ਵੀ ਜਦੋਂ ਸਰਵਿਸਿਜ਼ ਨੂੰ ਅਵੇਲ ਕਰਦੀਆਂ ਨੇ ਉਹਦੇ 'ਤੇ ਵੀ ਲੋਕਲ ਬਾਡੀਜ਼ ਜਿਹੜੀ ਹੈ ਇੰਪੋਰਟ ਆਫ ਗੁਡਸ ਕਰਦੀਆਂ ਨੇ ਉਦੋਂ ਵੀ GST ਜਿਹੜੀ ਉਹ ਨਹੀਂ ਲੱਗਦੀ। ਐਜ਼ ਅ ਰਿਜ਼ਲਟ ਆਫ GST ਆਲਮੋਸਟ ਆਲ ਦ ਇਨਡਾਇਰੈਕਟ ਟੈਕਸ ਆਰ ਮਰਜਡ ਇਨਟੂ ਵਨ ਇਨਡਾਇਰੈਕਟ ਟੈਕਸ। GST ਕੀ ਹੈ ਕਿ ਸਾਰੇ ਤਰ੍ਹਾਂ ਦੇ ਟੈਕਸ ਜਿਹੜੇ ਕਿ ਸਾਡੀ ਇੰਡੀਆ ਦੇ ਵਿੱਚ ਲਗਾਏ ਜਾਂਦੇ ਸੀ ਉਹ ਸਾਰੇ ਜਿਹੜੇ ਟੈਕਸ ਹਨ ਉਹਨਾਂ ਨੂੰ ਮਰਜ ਕਰਕੇ ਇੱਕ ਇਨਡਾਇਰੈਕਟ ਟੈਕਸ ਦੀ ਫਾਰਮ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਹੈ ਜਿਹੜਾ ਕਿ GST ਦੇ ਵਿੱਚ ਹੀ ਸਾਰੇ ਪਰਸਨ ਜਿਹੜੇ ਉਹਨੂੰ ਈਜ਼ੀਲੀ ਅਡੋਪਟ ਕਰਦੇ ਨੇ। ਓਕੇ, ਸੋ ਕੈਟਾਗਰੀ ਆਫ GST ਦੀਆਂ ਕਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਬੇਟੇ? GST ਦੀ ਕੈਟਾਗਰੀ ਹੁੰਦੀ ਹੈ CGST, SGST, IGST। CGST Central Goods and Services Tax, SGST State Goods and Services Tax, IGST Integrated Goods of Services Tax। ਓਕੇ, CGST ਐਂਡ SGST ਜਿਹੜੀ ਹੈ ਬੇਟੇ ਇਹ ਸਟੇਟ ਦੇ ਵਿੱਚ ਲੱਗਦੀ ਇੰਟਰਾ ਸਟੇਟ ਹੁੰਦੀਆਂ ਨੇ, ਇੰਟਰਾ ਸਟੇਟ ਦੈਟ ਆਰ ਇੰਟਰਾ ਸਟੇਟ। ਓਕੇ, ਸੋ ਜਿਹੜੀਆਂ ਇੰਟਰਗ੍ਰੇਟਿਡ ਗੁਡਸ ਐਂਡ ਸਰਵਿਸਿਜ਼ ਨਾ ਉਹ ਇੰਟਰ ਸਟੇਟ ਸਪਲਾਈ ਮਤਲਬ ਜਦੋਂ ਆਊਟਸਾਈਡ ਦਾ ਸਟੇਟ ਸਪਲਾਈ ਕੀਤੀ ਜਾਂਦੀ ਹੈ ਉੱਤੇ IGST ਲੱਗਦੀ। ਵਿਦਿਨ ਇੰਡੀਆ ਜਦੋਂ ਹੀ ਸਟੇਟ ਤੋਂ ਬਾਹਰ ਆਪਣੀ ਸਪਲਾਈ ਕਰਦੇ ਹਾਂ ਗੁਡਸ ਦੀ ਅਤੇ ਉੱਤੇ IGST ਲੱਗਦੀ ਹੈ। ਜਦੋਂ ਵਿਦਿਨ ਦਾ ਸਟੇਟ ਕਰਦੇ ਹਾਂ ਉਹਦੇ 'ਤੇ ਇੰਟਰਾ ਸਟੇਟ ਸਪਲਾਈ ਲੱਗਦੀ। ਫਾਰ ਐਗਜ਼ਾਮਪਲ ਜੇਕਰ ਅਸੀਂ ਅੰਮ੍ਰਿਤਸਰ ਦੇ ਵਿੱਚ ਹੀ ਕਿਸੇ ਇੱਕ ਵਿਲੇਜ ਤੋਂ ਦੂਸਰੇ ਵਿਲੇਜ ਦੇ ਵਿੱਚ ਆਪਣੀ ਗੁਡਸ ਦੀ ਸਪਲਾਈ ਕਰਦੇ ਹਾਂ ਦੈਟ ਆਰ ਇੰਟਰਾ ਸਟੇਟ। ਅਗਰ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਕਰਦੇ ਹਾਂ ਤਾਂ ਦੈਟ ਆਰ ਇੰਟਰ ਸਟੇਟ। ਓਕੇ, ਸੋ ਲੈਵੀਜ਼ ਚਾਰਜਿੰਗ ਆਫ GST ਲੱਗਦੀ ਕਿਵੇਂ ਆ ਬੇਟੇ? GST ਜਿਹੜੀ ਹੈ ਜਾਂ ਤਾਂ ਲੱਗੇਗੀ 5%, ਜਾਂ ਲੱਗੇਗੀ 12%, ਜਾਂ ਲੱਗੇਗੀ 8%। ਓਕੇ, 5% ਜਿਹੜੀ ਆ ਉਹ ਇੰਟਰਗ੍ਰੇਟ IGST ਲੱਗੇਗੀ। ਇਹਦੀ ਅਗਰ 5% ਵਾਲੀ CGST ਐਂਡ SGST ਦੀ ਕੈਟਾਗਰੀ ਦੇ ਵਿੱਚ 2.5% ਲੱਗੇਗੀ। ਓਕੇ, ਸੇਮ ਜਿੱਥੇ IGST 12% ਲੱਗੇਗੀ ਉੱਥੇ ਉਹ 6% ਲੱਗੇਗੀ ਅਤੇ ਜਿੱਥੇ 18% ਲੱਗੇਗੀ ਉੱਥੇ ਉਹ 9% ਲੱਗੇਗੀ। GST levied by the supplier registered under GST Act each time the supplier sale is made। On interstate supply, when the supply of goods or services both are interstate within the state, both CGST and SGST are levied at half the prescribed। ਜਦੋਂ ਇੰਟਰਾਸਟੇਟ ਹੈ ਬੇਟੇ ਅਤੇ ਅਗਰ 12% ਆ ਅਤੇ ਉਹਨਾਂ 'ਤੇ 6% ਹੀ ਲੱਗੇਗੀ। ਅਗਰ IGST 12% ਆ ਤਾਂ ਜਿਹੜੀ CGST ਐਂਡ SGST ਉਹ ਸਾਡੀ ਹਮੇਸ਼ਾ 6% ਰਹਿ ਜਾਏਗੀ। ਫਾਰ ਐਗਜ਼ਾਮਪਲ ਇਫ ਦਾ ਪ੍ਰਿਸਕ੍ਰਾਈਬਡ ਰੇਟ ਆਫ GST ਇਜ਼ 12%, rate ਉਹਦਾ 12% ਹੈ ਬਟ CGST will be charged 6% and SGST will be charged 6% on the value of supply। okay, ਸੋ ਔਨ ਇੰਟਰ ਸਟੇਟ ਸਪਲਾਈ ਜਦੋਂ ਆਊਟਸਾਈਡ ਦਾ ਬਾਊਂਡਰੀ ਆਫ ਸਟੇਟ ਜਿਹੜੀ ਹੈ ਲੱਗੇਗੀ ਤੁਹਾਡੀ GST ਤਾਂ ਉਦੋਂ ਬੇਟੇ ਉਹ ਕਲੈਕਟਿਵਲੀ ਲੱਗੇਗੀ 12% ਬਿਕੋਜ਼ ਦੇਅਰ ਆਰ IGST ਇੱਕ ਹੀ ਤਰ੍ਹਾਂ ਦੀ GST ਹੈ ਅਤੇ ਇਸ ਕਰਕੇ ਉਹ 12% ਲੱਗੇਗੀ ਬਟ ਇੰਟਰਾ ਸਟੇਟ 'ਤੇ ਉਹ ਹਮੇਸ਼ਾ 6% ਲੱਗੇਗੀ। ਵਨ ਇਜ਼ ਫਰੋਮ CGST ਐਂਡ ਵਨ ਇਜ਼ ਫਰੋਮ SGST ਬਟ ਇੰਟਰ ਸਟੇਟ 'ਤੇ ਉਹ ਹਮੇਸ਼ਾ 12% ਜਾਂ 18% ਜਾਂ 5% ਹੀ ਲੱਗੇਗੀ ਬਿਕੋਜ਼ ਦੈਟ ਆਰ integrated GST। okay,
So next, input CGST, input GST and output GST. Beta, that is a very important concept for your point of view. GST is levied and collected by the seller of goods, services or both for on behalf of the government. ਇਹ ਸਾਰੇ ਦਾ ਸਾਰਾ ਕਾਦੇ behalf ਤੇ ਕੀਤਾ ਜਾਂਦਾ ਹੈ? ਗਵਰਨਮੈਂਟ ਦੇ behalf ਤੇ. It is termed as output GST. ਅਸੀਂ ਇਹਨੂੰ output GST ਕਹਿੰਦੇ ਹਾਂ ਕਿਉਂਕਿ ਸੇਲਸ ਦੇ ਉੱਪਰ ਹਮੇਸ਼ਾ output GST ਹੀ ਲੱਗਦੀ ਆ. ਜਿਸ ਪਰਸਨ ਨੇ ਸਪਲਾਈ ਕੀਤੀਆਂ ਗੁੱਡਸ ਸਪਲਾਈ ਕੀਤੀਆਂ ਦੈਨ ਉੱਤੇ ਆਊਟਪੁੱਟ ਲੱਗੇਗੀ, ਜਿਸ ਪਰਸਨ ਨੇ ਰਿਸੀਵ ਕੀਤੀਆਂ ਉੱਤੇ ਇਨਪੁੱਟ ਲੱਗੇਗੀ. ਓਕੇ, the purchaser of goods or services or both pay GST on purchase and it's termed as input. अगर ਅਸੀਂ ਕਿਸੇ ਕੋਈ ਪਰਸਨ ਗੁੱਡ ਸਰਵਿਸਿਜ਼ ਪਰਚੇਜ਼ ਕਰਦਾ ਤੇ ਉਹਨੇ GST ਪੇ ਕਰਨੀ ਆ ਤੇ ਉਦੋਂ ਇਨਪੁਟ GST ਲੱਗੇਗੀ. ਓਕੇ, GST paid input GST is set off against GST collected output GST. ਜਦੋਂ ਅਸੀਂ GST ਕਲੈਕਟ ਕਰਦੇ ਹਾਂ ਉਦੋਂ ਆਊਟਪੁੱਟ ਲੱਗਦੀ ਹੈ, ਜਦੋਂ ਅਸੀਂ GST ਪੇਡ ਕਰਦੇ ਹਾਂ ਉਦੋਂ ਇਨਪੁੱਟ ਲੱਗਦੀ ਹੈ. ਤੇ ਜਦੋਂ ਅਸੀਂ ਪਰਚੇਜ਼ ਕਰਾਂਗੇ ਮਨੀ ਤਾਂ GST ਪੇ, ਜਦੋਂ ਅਸੀਂ ਕੋਈ ਗੁੱਡਸ ਐਂਡ ਸਰਵਿਸਿਜ਼ ਨੂੰ ਪਰਚੇਜ਼ ਕਰਾਂਗੇ GST ਪੇ ਕਰਾਂਗੇ. ਓਕੇ, ਤਾਂ ਉਹਦੇ 'ਤੇ ਇਨਪੁੱਟ ਲੱਗੇਗੀ. ਜਦੋਂ ਅਸੀਂ ਸੇਲਸ ਜਿਹੜੀਆਂ ਕਰਾਂਗੇ ਪ੍ਰੋਡਕਟਸ ਦੀਆਂ ਉਦੋਂ ਅਸੀਂ ਜਿਹੜੀ ਸਾਡੀ ਹੈਗੀ ਆ ਮਨੀ ਉਹ ਸਾਡੇ ਕੋਲ ਆਏਗੀ, ਦੈਟ ਇਜ਼ ਕਾਲਡ ਆਊਟਪੁੱਟ GST. The matter of set off of input GST against output GST is described later in the chapter. Balance about ਇਹ ਬੇਟੇ one by one question ਦੇ ਵਿੱਚ ਇਹਨੂੰ explain ਕਰਾਂਗੇ that how can we put up the input GST and output GST from purchase and sales category. Let us see the journal entry of transaction on which GST is paid and allowed as input CGST. अगर बेटे ਅਸੀਂ ਪਰਚੇਜ਼ ਕਰ ਰਹੇ ਹਾਂ ਨਾ ਗੁੱਡਸ ਤੇ ਉੱਤੇ ਅਸੀਂ ਕੀ ਲਗਾਵਾਂਗੇ? ਇਨਪੁਟ ਕ੍ਰੈਡਿਟ ਫॉर GST. ਫॉर ਐਗਜ਼ਾਮਪਲ ਇੰਟਰਾਸਟੇਟ ਪਰਚੇਜ਼ ਕਰਦੇ ਪਏ ਹਾਂ ਤੇ ਅਸੀਂ ਐਂਟਰੀ ਕਰਾਂਗੇ ਪਰਚੇਜ਼ ਅਕਾਊਂਟ ਡੈਬਿਟ, ਇਨਪੁਟ CGST ਅਕਾਊਂਟ ਡੈਬਿਟ, ਇਨਪੁਟ SGST ਅਕਾਊਂਟ ਡੈਬਿਟ ਟੂ ਬੈਂਕ ਔਰ ਕੈਸ਼ ਟੂ ਕ੍ਰੈਡੀਟਰ. ਅਸੀਂ ਅਗਰ ਪਰਚੇਜ਼ ਕੈਸ਼ 'ਤੇ ਜਾਂ ਬੈਂਕ 'ਤੇ ਕਰ ਰਹੇ ਹਾਂ ਤਾਂ ਬੈਂਕ ਕੈਸ਼ ਲਿਖਾਂਗੇ, ਜੇਕਰ ਕ੍ਰੈਡਿਟ 'ਤੇ ਕਰ ਰਹੇ ਹਾਂ ਤਾਂ ਕ੍ਰੈਡੀਟਰ ਦਾ ਨਾਮ ਲਿਖਾਂਗੇ. ਓਕੇ, ਇਟ ਮੀਨ ਕਿ ਅਗਰ ਜਦੋਂ ਵੀ ਅਸੀਂ ਪਰਚੇਜ਼ ਦੀ ਐਂਟਰੀ ਕਰਦੇ ਹਾਂ ਵਿਦ GST ਤਾਂ ਅਸੀਂ ਕੀ ਕਰਨਾ ਆ? ਪਰਚੇਜ਼ ਅਕਾਊਂਟ ਡੈਬਿਟ, ਇਨਪੁਟ CGST ਅਕਾਊਂਟ ਡੈਬਿਟ, ਇਨਪੁਟ SGST ਅਕਾਊਂਟ ਡੈਬਿਟ ਟੂ ਕੈਸ਼ ਐਂਡ ਟੂ ਕ੍ਰੈਡੀਟਰ. ਓਕੇ, ਸੋ ਉਸ ਤੋਂ ਬਾਅਦ ਬੇਟਾ ਜੀ अगर फॉर इंटरस्टेट कर रहे हैं तो एंट्री होएगी परचेज अकाउंट डेबिट, इनपुट IGST अकाउंट डेबिट टू कैश और बैंक टू क्रेडिटर. इफ़ देयर इज़ अ सेल ऑन कैश तो कैश लिखांगे और परचेज ऑन कैश असी कैश लिखांगे, अदरवाइज अं इतने क्रेडिटर का नाम लिखांगे. ओके, लेट अस सी द सेल्स. जर्नल एंट्री रिगार्डिंग द सेल ऑफ गुड्स एंड सर्विसेज आर बोथ. ਜਦੋਂ ਅਸੀਂ ਸੇਲ ਕਰਦੇ ਹਾਂ ਬੇਟੇ ਤੇ ਸਾਡੇ ਕੋਲੋਂ ਮਨੀ ਆਉਂਦੀ ਹੈ. ਐਟ ਦੈਟ ਟਾਈਮ ਇੰਟਰਸਟ ਰੇਟ ਦੇ ਵਿੱਚ ਸਾਡੀ ਐਂਟਰੀ ਹੋਣੀ ਕੈਸ਼ ਅਕਾਊਂਟ ਡੈਬਿਟ, ਡੇਟਰਸ ਅਕਾਊਂਟ ਡੈਬਿਟ. ਇਹਦੇ ਵਿੱਚੋਂ ਇੱਕ ਹੀ ਹੋਣਾ. ਅਗਰ ਅਸੀਂ ਕ੍ਰੈਡਿਟ 'ਤੇ ਕਰਦੇ ਪਏ ਹਾਂ ਤਾਂ ਡੈਟਰ ਆਏਗਾ, ਅਗਰ ਅਸੀਂ ਕੈਸ਼ 'ਤੇ ਕਰਦੇ ਪਏ ਹਾਂ ਜਾਂ ਚੈੱਕ 'ਤੇ ਕਰਦੇ ਪਏ ਹਾਂ ਤਾਂ ਕੈਸ਼ ਔਰ ਬੈਂਕ ਆਏਗਾ. ਟੂ ਸੇਲਸ ਟੂ ਆਊਟਪੁੱਟ CGST ਟੂ आउटपुट SGST. सेम एज इट इज़ ही बेटे. अगर इंटरेस्ट रेट है कैश अकाउंट डेबिट टू सेल्स टू आउटपुट IGST और डेटर अकाउंट डेबिट टू सेल्स टू आउटपुट IGST. सो दिस इज़ द कॉन्सैप्ट ऑफ GST इन जर्नल. सो बेटे अगर तुसी कोई भी सपोज करो क्वेश्चन करते हो जिहदे विच तुहाडे कोल आ रहा है परचेज गुड्स on cash 2000 paid GST CGST and SGST 6% each. ਤੁਸੀਂ ਗੁੱਡਸ ਪਰਚੇਜ਼ ਕੀਤੀਆਂ 2000 ਦੀਆਂ, ਪੇ ਕੀਤੀ CGST ਐਂਡ SGST 6% ਈਚ. 6% ਤੇ ਕਿੰਨੀ ਹੋਗੀ? ਅਗਰ ਅਸੀਂ 2000 ਤੇ 6% ਲਗਾਵਾਂਗੇ ਤਾਂ ਸਾਡੇ ਕੋਲ ਆ ਜਾਏਗੀ 120. ਓਕੇ, ਸੋ ਇਹਦੀ ਐਂਟਰੀ ਕੀ ਹੋਣੀ ਹੈ ਬੇਟੇ? ਪਰਚੇਜ਼ਿਸ ਅਕਾਊਂਟ ਡੈਬਿਟ ਇਨਪੁਟ CGST ਅਕਾਊਂਟ ਡੈਬਿਟ input
SGST account debit to cash। परचेज ਦੇ ਵਿੱਚ ਅਸੀਂ ਲਿਖਾਂਗੇ 2000, ਇਨਪੁਟ SGST ਵਿੱਚ ਲਿਖਾਂਗੇ 120, ਇਨਪੁਟ SGST ਵਿੱਚ ਵੀ 120 ਐਂਡ ਟੂ ਕੈਸ਼ 2120 ਪਲੱਸ 120 ਮਤਲਬ 2240 ਕੈਸ਼ ਦੇ ਵਿੱਚ ਲਿਖਾਂਗੇ। ਓਕੇ, ਸੋ ਦੈਟ ਇਜ਼ ਦ ਕਨਸੈਪਟ ਆਫ GST ਇਨ ਜਰਨਲ। ਓਕੇ, ਸੋ ਬੇਟੇ GST ਦਾ ਇਹ ਕਨਸੈਪਟ ਆ, ਇਹਦੇ ਰਿਗਾਰਡਿੰਗ ਅਗਰ ਤੁਹਾਨੂੰ ਕੁਐਸਚਨ ਆ ਜਾਂਦੇ ਹਨ ਤਾਂ ਤੁਸੀਂ ਈਜ਼ੀਲੀ ਕਰ ਸਕਦੇ ਹੋ। ਓਕੇ, ਇਹ ਮੈਂ ਪਹਿਲਾਂ ਵੀ ਤੁਹਾਨੂੰ ਕਰਵਾਇਆ ਸੀਗਾ। ਕੁਐਸਚਨਸ ਨੂੰ ਪ੍ਰੈਕਟਿਸ ਕਰਨ ਦੀ ਸ਼ੁਰੂ ਕਰੋ। ਇਫ ਯੂ ਹੈਵ ਐਨੀ ਕੁਐਰੀ ਯੂ ਕੈਨ ਆਸਕ ਮੀ। ਥੈਂਕਸ ਐਂਡ ਹੈਵ ਅ ਨਾਈਸ ਡੇ।